भाई गुर इकबाल सिंह जी ਵੱਲੋਂ गायन कीते VCD, CD, MP3 ਤੇ DVD ਦੇ 350 ਤੋਂ ਵੀ ਵੱਧ ਨੰਬਰ ਆਪ ਜੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰਸਟ ਤਰਨਤਾਰਨ ਰੋਡ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਂ ਘਰ ਬੈਠੇ ਹੀ ਕੋਰੀਅਰ ਰਾਹੀਂ ਪ੍ਰਾਪਤ ਕਰ ਸਕਦੇ ਹੋ। ਪੂਰੀ ਜਾਣਕਾਰੀ ਲਈ ਸੰਪਰਕ ਕਰੋ 98765 25860। फूले मार्ग जिन्हें बताया ऐसा गुर ऐसा सिमर मना राम नाम चितारे पसरे हृदय गुर चरण प्यारे काम क्रोध लोभ मोह मन लीना बंधन काट मुक्त दूर कीना दुख सुख करत जन्म होन मुआ चरण कमल गुर आश्रम दिया अगन सागर बूढ़त संसारा नानक बाँ पकड़ सतगुर विस्तारा नानक बाँ पकड़ सतगुर विस्तारा फूल मार्ग जिन्हें बताया फूल मार्ग जिन्हें बताया ऐसा गुर वडवा पाया ऐसा गुर वट पागी 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 ऐसा गुर वट पागी पाया ऐसा गुर वट पागी पाया। सारी संगत सृष्टि दे मालक धन गुरु ग्रंथ साहिब जी दे प्यार विच सत्कार विच सारी संगत गज के आखो सतनाम। गुरु ग्रंथ साहिब नूं धन कह लईए दसे पातशाहियां दे चरनां 'च हाजरी लग जाती सारे विराजमान ने गज के आखो सतनाम। एक गुरमुख प्यारे ने मैनू बड़ी भावना का वचन सुनाया कहंदा मैं जदों मूल मंत्र का जाप करदा ना
ਕਹਿੰਦਾ ਜਦੋਂ ਇੱਕ ਓਂਕਾਰ ਕਹਿਣਾ ਤੇ ਉਦੋਂ ਇੰਨਾ ਮਨ ਜੁੜਦਾ ਵੀ ਇੱਕ ਓਂਕਾਰ ਕਹਿੰਦਿਆਂ ਗੁਰੂ ਨਾਨਕ ਦੇ ਦਰਸ਼ਨ ਹੁੰਦੇ ਆ। ਮੈਨੂੰ ਉਹਦੀ ਗੱਲ ਚੰਗੀ ਲੱਗੀ। ਮੈਂ ਇਹ ਨਹੀਂ ਕਹਿੰਦਾ ਤੁਸੀਂ ਕਰੋ, ਸਿਰਫ ਥਾਨ ਖੋਲ ਦਈਦਾ। ਕਹਿੰਦਾ ਜਦੋਂ ਸਤਨਾਮ ਕਹਿਣਾ ਤੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਹੁੰਦੇ। ਕਹਿੰਦਾ ਜਦੋਂ ਮੈਂ ਕਰਤਾ ਪੁਰਖ ਕਹਿਣਾ ਤੇ ਗੁਰੂ ਅਮਰਦਾਸ ਜੀ ਦੇ। ਨਿਰਭਉ ਕਹਿਣਾ ਤੇ ਗੁਰੂ ਰਾਮਦਾਸ ਜੀ ਦੇ। ਨਿਰਵੈਰ ਕਹਿਣਾ ਗੁਰੂ ਅਰਜਨ ਦੇਵ ਜੀ ਦੇ। ਜਦੋਂ ਕਹਿਣਾ ਅਕਾਲ ਮੂਰਤ, ਗੱਜ ਕੇ ਆਖੋ ਸਤਨਾਮ। ਜਦੋਂ ਅਕਾਲ ਮੂਰਤ ਛੇਵੇਂ ਪਾਤਸ਼ਾਹ ਅਕਾਲ ਤਖਤ ਦੇ ਮਾਲਕ, ਗੱਜ ਕੇ ਆਖੋ ਸਤਨਾਮ। ਸਿਰਜਣਹਾਰ ਕਹਿੰਦੇ ਜਦੋਂ ਮੈਂ ਅਜੂਨੀ ਕਹਿਣਾ ਗੁਰੂ ਹਰਿ ਸਾਹਿਬ ਦੇ ਦਰਸ਼ਨ। ਸਹਿ ਭੰਗ, ਸਹਿ ਭੰਗ ਆਪਣੇ ਆਪ ਤੋਂ ਪ੍ਰਕਾਸ਼। ਕਹਿੰਦੇ ਜਦੋਂ ਸਹਿ ਭੰਗ ਕਹਿਣਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ। ਜਦੋਂ ਗੁਰਪ੍ਰਸਾਦ ਕਹਿਣਾ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ। ਜਦੋਂ ਜਪ ਕਹਿਣਾ ਤੇ ਕਲਗੀਧਰ ਮਹਾਰਾਜ ਦੇ ਦਰਸ਼ਨ। ਤੇ ਕਹਿੰਦੇ ਜਦੋਂ ਕਹਿਣਾ ਆਦ ਸੱਚ, ਸਾਰੇ ਬੋਲੋ, ਜੁਗਾਦ ਸੱਚ ਹੈ ਵੀ ਸੱਚ ਨਾਨਕ। ਕਹਿੰਦੇ ਜਦੋਂ ਮੈਂ ਇਹ ਕਹਿਣਾ ਵਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹਨੇ ਮੈਂ ਕਿਹਾ ਬਈ ਚਲੋ ਉਹਨੂੰ ਸਾਰੇ ਹੀ ਪਿਆਰੇ ਲੱਗਦੇ ਆ। ਜੋ ਤੇ ਕੋਈ ਇਹ 10 ਪਾਤਸ਼ਾਹੀਆਂ ਸਾਰੀ, ਪਰ ਉਹ ਜਿਹੜੀ ਚਲੋ ਭਾਵਨਾ ਨਾਲ ਮੂਲ ਮੰਤਰ ਦਾ ਜਾਪ ਕਰ ਰਿਹਾ ਹੈ ਤੇ ਇਹ ਵੀ ਇੱਕ ਉਹਦਾ ਪ੍ਰੇਮ ਪਿਆਰ ਪ੍ਰੀਤ। ਗੁਰੂ ਗ੍ਰੰਥ ਸਾਹਿਬ ਤੇ ਆ ਕੇ ਕਹਿੰਦਾ ਆਦ ਤੁਸੀਂ ਹੋ, ਜੁਗਾਦ ਵੀ ਹੈ ਵੀ ਹੋਵੋਗੇ ਵੀ। ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਨਾਮ। ਇੱਕ ਪ੍ਰਕਰਨ ਮਹਾਰਾਜ ਸੇਵਾ ਲੈ ਰਹੇ ਹੈ। ਦਇਆ ਕੀ ਹੁੰਦੀ ਹੈ, ਕਿੰਨੇ ਪ੍ਰਕਾਰ ਦੀ ਹੈ। ਜਿਸ ਬੰਦੇ ਕੋਲ ਮਾਇਆ ਨਹੀਂ, ਮਸਾਂ ਰੋਟੀ ਨਿਕਲਦੀ ਏ, ਕੀ ਉਹ ਵੀ ਦਇਆ ਕਰ ਸਕਦਾ? ਅੱਜ 6ਵੀਂ ਦਇਆ ਦੀ ਵਾਰੀ ਏ। 5 ਦਇਆ ਆਪ ਜੀ ਨੇ ਸੇਵਾ ਲਈ ਏ। ਉਹ 5 ਦਇਆ ਕੇਵਲ ਬੋਲ ਕੇ ਦਾਸ ਲੰਘਦਾ, ਫਿਰ 6ਵੀਂ ਦਇਆ ਦੀ ਮਹਾਰਾਜ ਸੇਵਾ ਲੈਣ। ਪਹਿਲੀ ਦਇਆ ਤੁਹਾਨੂੰ ਵਾਹਿਗੁਰੂ ਨੇ ਜਿੰਨੇ ਸਾਧਨ ਦਿੱਤੇ ਨੇ, ਉਹਨਾਂ ਸਾਧਨਾਂ ਵਿੱਚੋਂ ਕਿਸੇ ਦੂਜੇ ਨੂੰ ਸਰੀਰ ਦਾ ਸੁੱਖ ਮਿਲੇ। ਆਖੋ ਸਤਨਾਮ। ਤੁਹਾਡਾ ਜਨਮ ਦਿਨ ਨੇ ਬੱਚੇ ਦਾ, ਤੁਸੀਂ ਕੋਈ 11 ਵਿਧਵਾ ਬੀਬੀਆਂ ਨੂੰ ਸੂਟ ਦੇ ਰਹੇ ਹੋ ਦਸਵੰਧ ਵਿੱਚੋਂ। ਉਹ ਸੂਟ ਜਦੋਂ ਉਹਨਾਂ ਨੂੰ ਤਨ ਤੇ ਸੁੱਖ ਦਿੰਦੇ ਨੇ, ਇਹ ਪਹਿਲੀ ਦਇਆ ਕਿ ਤੇਰੇ ਸਾਧਨਾ ਰਾਹੀਂ ਕਿਸੇ ਨੂੰ ਸਰੀਰ ਦਾ ਸੁੱਖ ਮਿਲੇ। ਦੂਜੀ ਦਇਆ ਬੋਲਾਂ ਰਾਹੀਂ, ਜ਼ਬਾਨ ਰਾਹੀਂ। ਮਾਇਆ ਨਹੀਂ ਵੀ ਜ਼ਬਾਨ ਰਾਹੀਂ ਵੀ ਦਇਆ ਕਰ ਸਕਦਾ, ਮਿੱਠੇ ਬੋਲ ਬੋਲ ਕੇ। ਰਸਨਾ ਰਾਹੀਂ ਵੀ ਦਇਆ ਕਰ ਸਕਦਾ ਹੈ। ਤੀਸਰੀ ਦਇਆ ਕੋਈ ਤਨ ਕਰਕੇ ਦੁਖੀ ਹੈ ਜਾਂ ਤਨ ਕਰਕੇ ਰੋਗੀ ਹੈ, ਉਹਦੀ ਹੱਥੀ ਸੇਵਾ ਕਰਨੀ। ਗੱਜ ਕੇ ਆਖੋ ਸਤਨਾਮ। ਇਹ ਤੀਜੀ ਦਇਆ। ਚੌਥੀ ਦਇਆ ਕਿਸੇ ਦੇ ਪੜਦੇ ਕੱਜਣੇ। ਹੋਏ ਹੋਏ ਹੋਏ। ਕਈ ਵਾਰੀ ਦਾਸ ਵੀ ਬਹੁਤ ਧਿਆਨ ਰੱਖਦਾ ਵੀ ਚੌਥੀ ਦਇਆ ਜ਼ਰੂਰ ਰਵੇ ਜੀਵਨ 'ਚ। ਪਰ ਕਈ ਵਾਰੀ ਯਾਦ ਭੁੱਲ ਜੇ ਤੇ ਭੁੱਲ ਸਾਡੇ ਕੋਲ ਵੀ ਹੋ ਜਾਂਦੀ ਹੈ। ਫਿਰ ਜਿੱਥੇ ਤੱਕ ਭਾਵੇਂ 10 ਪੈਸੇ ਤੁਰੇ ਹੋਈਏ, 20 ਪੈਸੇ, ਫਿਰ
ਵਾਪਸ ਆਈਦਾ। ਬਾਬੇ ਨੇ ਕਿਹਾ ਜਿੱਥੋਂ ਮਨ ਮੁੜਦਾ ਮੋੜ ਲੈ। ਆਖੋ ਸਤਿਨਾਮ। ਇਹ ਚੌਥੀ ਦਇਆ ਕਿਸੇ ਦੇ ਪੜਦੇ ਕੱਜਣੇ। ਪੰਜਵੀਂ ਦਇਆ ਕਿਸੇ ਟੁੱਟੇ ਨੂੰ ਗੁਰੂ ਨਾਲ ਜੋੜ ਦੇਣਾ। ਗੱਜ ਕੇ ਆਖੋ ਸਤਿਨਾਮ। ਬੜੀ ਵੱਡੀ ਦਇਆ ਕਿ ਕਿਸੇ ਟੁੱਟੇ ਨੂੰ ਪ੍ਰੇਰਨਾ ਦੇ ਕੇ ਜੋੜ ਦੇਣਾ। ਅੱਜ 6ਵੀਂ ਦਇਆ ਦੀ ਵਾਰੀ ਤੇ ਸੰਗਤ ਸਾਰੀ ਸਿਰ ਤੇ ਹੱਥ ਰੱਖਣਾ, ਮਹਾਰਾਜ ਜੀ ਸੇਵਾ ਲੈਣ। 6ਵੀਂ ਦਇਆ ਸੁਣੀਏ ਵੀ, ਬੋਲੀਏ ਵੀ, ਕਮਾਈਏ ਵੀ। ਜਿਸ ਗੁਰੂ ਨੇ ਦਾਤਾਂ ਦਿੱਤੀਆਂ ਕਹਿ ਦਿਓ ਇੱਕ ਵਾਰੀ ਫਿਰ 6ਵੀਂ ਦਇਆ ਮਹਾਰਾਜ ਸੇਵਾ ਲੈਣ। ਐਸਾ ਗੁਰ ਵਡਭਾਗੀ ਪਾਇਆ, ਐਸਾ ਗੁਰ ਵਡਭਾਗੀ ਪਾਇਆ, ਐਸਾ ਗੁਰ ਵਡਭਾਗੀ ਪਾਇਆ, ਐਸਾ ਗੁਰ ਵਡਭਾਗੀ ਪਾਇਆ। ਭੂਲੇ ਮਾਰਗ ਜਿਨੇ ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਐਸਾ ਗੁਰ ਵਡਭਾਗੀ ਪਾਇਆ। ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ। 6ਵੀਂ ਦਇਆ ਬੜੀ ਅਜੀਬ ਜੀ ਹੈ ਜੀ। ਹੋ ਸਕੇ ਤੇ ਸਾਰੇ ਕਰ ਪਾਓਗੇ, ਨਹੀਂ ਤੇ ਫਿਰ ਕੋਈ ਕੋਈ ਅਗਰ ਸੁਚੇਤ ਰਹੇਗਾ ਤੇ ਕਰ ਸਕਦਾ। 6ਵੀਂ ਦਇਆ ਧਰਤੀ ਤੇ ਕਿਸੇ ਦਾ ਔਗਣ ਕੱਢ ਕੇ ਉਹਨੂੰ ਗੁਣਾਂ ਵਾਲਾ ਬਣਾ ਦੇਣਾ। ਗੱਜ ਕੇ ਆਖੋ ਸਤਿਨਾਮ। ਬਹੁਤ ਦਰਗਾਹੀ ਦਇਆ। ਕਿਸੇ ਦਾ ਔਗਣ ਕੱਢ ਕੇ ਉਹਨੂੰ ਗੁਣਾਂ ਵਾਲਾ ਬਣਾਉਣਾ 6ਵੀਂ ਦਇਆ। ਇਹਦੇ 'ਚ 2-3 ਪੱਖ ਨੇ। ਜਿਹੜੀ 6ਵੀਂ ਦਇਆ ਨਾ ਕਿ ਇਹਦਾ ਔਗਣ ਕੱਢਣਾ, ਕਈਆਂ ਦਾ ਤੁਸੀਂ ਔਗਣ ਆਪਣੇ ਪ੍ਰਭਾਵ ਨਾਲ ਵੀ ਕੱਢ ਸਕਦੇ। ਕਈ ਵਾਰੀ ਪ੍ਰਭਾਵ ਹੁੰਦਾ ਬੰਦੇ ਤੇ, ਉਸ ਸਹੇਲੀ ਤੇ, ਉਸ ਪ੍ਰਭਾਵ ਨਾਲ ਬੰਦਾ ਉਹਦਾ ਔਗਣ ਕੱਢਦਾ, ਪ੍ਰਭਾਵ ਨਾਲ। ਲੁਧਿਆਣੇ ਇੱਕ ਸਰੀਰ ਹੈ, ਚਲੋ ਨਾਂ ਨਹੀਂ ਮੈਂ ਬੋਲਣਾ, ਉਹ 8 ਵਜੇ ਤੋਂ ਪਹਿਲੇ ਉੱਠਦਾ ਹੀ ਨਹੀਂ। ਆਖੋ ਸਤਿਨਾਮ। ਲੇਟ ਉੱਠਦਾ। ਤੇ ਲੁਧਿਆਣੇ ਤੁਹਾਡਾ ਇੱਕ ਜਥਾ ਹੈ ਭਾਈ ਗੁਰਸ਼ਰਨ ਸਿੰਘ ਜੀ। ਜਦੋਂ ਆਪਸ 'ਚ ਉਹਨਾਂ ਦਾ ਮੇਲ ਹੋਇਆ ਤੇ ਭਾਈ ਗੁਰਸ਼ਰਨ ਸਿੰਘ ਜੀ ਵੱਲੋਂ ਰੋਜ਼ ਦੀਵਾਨ ਲੱਗਦੇ ਨੇ ਅੰਮ੍ਰਿਤ ਵੇਲੇ 5 ਵਜੇ। ਉਹਨਾਂ ਕਿਹਾ ਵੀ ਆਇਆ ਕਰ। ਉਹ ਕਹਿੰਦੇ ਵੀ ਮੈਂ ਤੇ 8 ਵਜੇ ਤੋਂ ਪਹਿਲੇ ਉੱਠਦਾ ਨਹੀਂ, ਉੱਠਿਆ ਨਹੀਂ ਜਾਂਦਾ। ਉਹ ਕਹਿੰਦੇ ਚੱਲ ਕੱਲ ਆਈ। ਕਹਿੰਦੇ ਵੀ ਮੇਰੇ ਕੋਲ ਉੱਠਿਆ ਨਹੀਂ ਜਾਂਦਾ। ਭਾਈ ਗੁਰਸ਼ਰਨ ਸਿੰਘ ਜੀ ਨੇ ਇੱਕ ਸਰੀਰ ਦੀ ਡਿਊਟੀ ਲਾਤੀ ਕਿ ਰੋਜ਼ ਇਹਨੂੰ 4:45 ਘਰੋਂ ਲੈ ਕੇ ਆਉਣਾ। ਗੱਜ ਕੇ ਆਖੋ ਸਤਿਨਾਮ। ਇਹ ਵੀ ਦਇਆ ਸੌਖੀ ਨਹੀਂ। ਉਹ ਸਰੀਰ ਜਿਹੜਾ 8 ਵਜੇ ਉੱਠਦਾ ਨਾ, ਇਹ ਬਾਬਾ ਜੀ ਦੀ ਹਜ਼ੂਰੀ ਕਹਿ ਰਿਹਾ ਵੀ ਮੈਨੂੰ ਕਹਿੰਦਾ ਮੈਂ 8 ਵਜੇ ਉੱਠਣ ਵਾਲਾ ਸਰੀਰ ਜਿਹਦੀ ਉਮਰ 38 ਸਾਲ ਹੋ ਚੁੱਕੀ ਹੈ, ਲੇਟ ਉੱਠਦੇ ਆ। ਤੇ ਕਹਿੰਦੇ ਹੁਣ ਮੈਂ ਰਾਤੀ ਸੌਣਾ ਨਾ ਤੇ ਇੱਕੋ ਗੱਲ ਦਿਮਾਗ 'ਚ ਹੁੰਦੀ ਹੈ,
ਪੌਣੇ 5 ਉਹਨੇ ਬੂਹਾ ਖੜਕਾ ਦੇਣਾ, ਮਨਾ ਉੱਠਣਾ ਹੀ ਪੈਣਾ। ਵੇਖੋ ਇਹ ਆਪਣੇ ਪਿਆਰ ਦੇ ਪ੍ਰਭਾਵ ਨਾਲ ਉਹਦਾ ਲੇਟ ਉੱਠਣ ਦਾ ਔਗਣ ਕੱਢਿਆ ਜਾ ਰਿਹਾ। ਆਖੋ ਸਤਨਾਮ। ਛੇਵੀਂ ਦਇਆ ਇਹ ਤੁਹਾਡਾ ਜਿਨ੍ਹਾਂ ਨਾਲ ਲਿੰਕ ਹੁੰਦਾ ਨਾ, ਕਈ ਵਾਰੀ ਉਹਦੇ ਤੇ ਪ੍ਰਭਾਵ ਹੁੰਦਾ, ਉਸ ਪ੍ਰਭਾਵ ਦੇ ਨਾਲ ਉਹਦਾ ਔਗਣ ਕੱਢਣਾ, ਭਾਵੇਂ ਉਹਨੂੰ ਟਾਈਮ ਵੀ ਦੇਣਾ ਪੈਂਦਾ ਹੈ। ਤੁਹਾਡੀ ਕੋਈ ਸਹੇਲੀ ਹੈ, ਕੋਈ ਰਿਸ਼ਤੇਦਾਰ ਹੈ, ਤੇ ਤੁਸੀਂ ਉਹਨੂੰ ਕਈ ਵਾਰੀ ਲਾਡ ਨਾ ਕਹਿੰਦੇ ਹੋ, ਜੇ ਤੂੰ ਕੱਲ ਐਤਵਾਰ ਦਰਬਾਰ ਸਾਹਿਬ ਨਾ ਹੋ ਕੇ ਆਈ, ਮੈਂ ਨਹੀਂ ਬੋਲਣਾ ਤੇਰੇ ਨਾਲ। ਉਹ ਪ੍ਰਭਾਵ ਦੇ ਵਿੱਚ ਕਹਿੰਦੀ ਵੀ ਮੈਂ ਆਪਣੀ ਸਹੇਲੀ ਨਾਲ ਵਾਅਦਾ ਕੀਤਾ, ਮੈਂ ਜ਼ਰੂਰ, ਜੇ ਤੂੰ ਕੱਲ ਇਹਨੇ ਪਾਠ ਨਾ ਕੀਤੇ ਮੈਂ ਨਹੀਂ ਬੋਲਣਾ। ਤੁਸੀਂ ਕਰ ਰਹੇ ਹੋ, ਕੋਈ ਟੁੱਟਾ? ਕਹਿੰਦੇ ਆਪਣੇ ਪਿਆਰ ਦੇ ਪ੍ਰਭਾਵ ਨਾਲ ਕਿਸੇ ਦਾ ਔਗਣ ਕੱਢ ਕੇ ਉਹਦੇ 'ਚ ਗੁਣ ਭਰ ਦੇਣੇ, ਇਹ ਛੇਵੀਂ ਦਇਆ। ਆਖੋ ਸਤਨਾਮ। ਇਸ਼ਾਰਾ ਲਿਓ। ਪਹਿਲਾ ਪੱਖ ਆਪਣੇ ਪਿਆਰ ਦੇ ਪ੍ਰਭਾਵ ਨਾਲ, ਦੂਜਾ ਪੱਖ ਆਪਣੀ ਕਰਨੀ ਇੰਨੀ ਉੱਚੀ, ਕਈ ਸਰੀਰ ਕਰ ਲੈਂਦੇ ਨੇ ਕਿ ਉਹਨਾਂ ਦੀ ਕਰਨੀ ਵੇਖ ਕੇ ਹੀ ਦੂਜੇ ਦੇ ਔਗਣ ਨਿਕਲ ਜਾਂਦੇ। ਆਖੋ ਸਤਨਾਮ। ਕਰਨੀ ਇੰਨੀ ਉੱਚੀ। ਤੀਜਾ ਪੱਖ ਕਹਿੰਦੇ ਕਈ ਵਾਰੀ ਫਿਰ ਮਹਾਂਪੁਰਸ਼ ਆਪਣੀ ਕਮਾਈ ਵਿੱਚੋਂ ਵੀ ਕਿਨਕਾ ਦੇ ਕੇ ਤੇ ਉਹਦਾ ਔਗਣ ਕੱਢ ਦਿੰਦੇ। ਆਖੋ ਸਤਨਾਮ। ਇਹ ਦੋ ਤਿੰਨ ਪੱਖ ਨੇ। ਇਹ ਕੁਦਰਤੀ ਅੱਜ ਪ੍ਰੋਗਰਾਮ ਸਕੂਲ 'ਚ ਹੋ ਰਿਹਾ, ਤੇ ਮੈਂ ਮਨ 'ਚ ਸੋਚਿਆ, ਮੈਂ ਕਿਹਾ ਅੱਜ ਸਕੂਲ 'ਚ ਦੀਵਾਨ ਨੇ ਇਹ ਛੇਵੀਂ ਦਇਆ ਟੀਚਰਾਂ ਦੇ ਵੀ ਹਿੱਸੇ ਆਉਂਦੀ ਹੈ। ਆਖੋ ਸਤਨਾਮ। ਇਹ ਛੇਵੀਂ ਦਇਆ ਟੀਚਰਾਂ ਦੇ ਵੀ ਹਿੱਸੇ ਆਉਂਦੀ ਹੈ। ਉਹਨਾਂ ਦੀ ਵੀ ਕੀ ਡਿਊਟੀ ਹੈ ਕਿ ਬੱਚੇ ਦੇ ਔਗਣ ਕੱਢ ਕੇ ਉਹਨਾਂ ਨੂੰ ਗੁਣਾਂ ਵਾਲਾ ਬਣਾਉਣਾ। ਕਹਿ ਦਿਓ ਗੱਜ ਕੇ ਸਤਨਾਮ। ਬੜੀ ਵੱਡੀ ਡਿਊਟੀ ਹੈ। ਸਾਡੇ ਮਹਾਂਪੁਰਸ਼ ਕਈ ਵਾਰੀ ਸਮਤ ਦਿੰਦੇ ਸੀ, ਕਹਿੰਦੇ ਸੀ ਟੀਚਰ ਦੀ ਡਿਊਟੀ, ਪ੍ਰਿੰਸੀਪਲ ਦੀ ਡਿਊਟੀ ਰੱਬ ਦੀ ਡਿਊਟੀ ਨਾਲ ਰਲਦੀ ਹੈ, ਸੌਖੀ ਨਹੀਂ ਹੈ। ਇਹਨੂੰ ਕੇਵਲ ਟੀਚਰ ਜਾਂ ਹੋਰ ਮਾਇਆ ਤੱਕ ਨਾ ਸਮਝੇ, ਬੜੀ ਵੱਡੀ ਡਿਊਟੀ ਹੈ। ਨਹੀਂ ਤੇ ਤੁਸੀਂ ਦੱਸੋ, ਪਲੇ ਪੈਣ ਦੇ ਬੱਚੇ ਨੂੰ ਕੀ ਪਤਾ ਘੜੀ ਤੇ 11 ਵਜੇ ਕਿ ਪੌਣੇ 11 ਵਜੇ ਹੈ ਕਿ 2:30 ਵਜੇ ਹੈ। ਟੀਚਰ ਸਿਖਾਉਂਦੀ ਹੈ ਨਾ, ਕੁਝ ਚਿਰ ਬਾਅਦ ਉਹ ਟੀਚਰ ਰਾਹੀਂ ਉਹਦੇ ਅੰਦਰ ਆਉਂਦਾ ਨਾ, ਇਹਨੂੰ 2:30 ਕਹਿੰਦੇ, ਇਹਨੂੰ ਪੌਣੇ 3 ਕਹਿੰਦੇ, ਇਹਨੂੰ 1। ਹੁਣ ਇੱਕ ਬੱਚੇ ਨੂੰ ਕੀ ਪਤਾ ਬਲੂ ਕਲਰ ਹੈ ਕਿ ਰੈੱਡ ਹੈ ਕਿ ਯੈਲੋ ਹੈ। ਟੀਚਰ ਉਹਦੇ ਦਿਮਾਗ 'ਚ ਭੇਜਦੀ ਹੈ, ਆਹ ਯੈਲੋ ਕਲਰ ਹੈ, ਆਹ ਬਲੂ ਹੈ। ਇਹ ਬੜੀ ਵੱਡੀ ਡਿਊਟੀ ਹੈ ਕਿਸੇ ਦੇ ਅੰਦਰ ਗੁਣ ਭੇਜਣ ਦੀ। ਮਹੀਨੇ ਦੀ ਕਿੰਨੀ ਪੇ ਹੈ ਇੱਕ ਅਲੱਗ ਗੱਲ ਹੈ, ਲੇਕਿਨ ਡਿਊਟੀ ਇਹੋ ਜਿਹੀ ਹੈ ਵੀ ਉਹਦੇ ਵਿੱਚ ਵੀ ਦਇਆ ਦੀ ਦਾਤ ਝੋਲੀ 'ਚ ਪੈਂਦੀ ਹੈ ਕਿ ਕਿਸੇ ਦੇ ਔਗਣ ਕੱਢ ਕੇ ਉਹਦੇ ਵਿੱਚ ਗੁਣ ਭਰਨੇ। ਇਹ ਦਇਆ ਟੀਚਰਾਂ ਦੇ ਵੀ ਝੋਲੀ 'ਚ ਪੈਂਦੀ, ਉਹਨਾਂ ਦੇ ਵੀ ਹਿੱਸੇ ਆਉਂਦੀ ਹੈ। ਤੇ ਹੁਣ ਇੱਕ ਗੱਲ ਸੁਣ ਲਿਓ, ਇਹ ਛੇਵੀਂ ਦਇਆ ਮਾਵਾਂ ਦੇ ਹਿੱਸੇ ਵੀ ਆਉਂਦੀ ਹੈ। ਗੱਜ ਕੇ ਆਖੋ ਸਤਨਾਮ। ਆ ਮਾਵਾਂ ਦੇ ਹਿੱਸੇ। ਤੁਸੀਂ ਛੇਵੀਂ ਦਇਆ ਸਖਤੀ ਨਾਲ ਵੀ ਕਰ ਸਕਦੇ ਹੋ, ਤੇ ਛੇਵੀਂ ਦਇਆ ਲਾਲਚ ਦੇ ਕੇ ਵੀ ਕਰ ਸਕਦੇ ਹੋ। ਸਖਤੀ ਦੂਜੀ ਨਾ ਸਮਝਿਓ, ਨਿਰਮਲ ਭੈ ਕਿ ਮਾਂ ਜਿਹੜੀ ਏ ਨਿਰਮਲ ਭੈ ਨਾਲ ਵੀ ਬੱਚੇ ਦੇ ਅੰਦਰੋਂ ਔਗਣ ਕੱਢ ਸਕਦੀ। ਮਾਂ ਜਿਹੜੀ ਏ ਉਹ ਲਾਲਚ ਦੇ ਕੇ ਵੀ, ਗੱਜ ਕੇ ਆਖੋ ਸਤਨਾਮ, ਕਿ ਇਹ ਬੱਚਿਆ ਤੈਨੂੰ ਆ ਮਿਲੇਗਾ,
ਅੱਜ ਤੂੰ 2 ਪਾਠ ਜਪਜੀ ਸਾਹਿਬ ਕਰਨੇ ਨੇ, ਆਖੋ ਸਤਨਾਮ। ਇਹ ਮਾਂ ਵੀ ਇਹ 6ਵੀਂ ਦਇਆ ਕਮਾ ਸਕਦੀ ਹੈ, ਆਪਣੇ ਪਰਿਵਾਰ ਵਾਸਤੇ ਵੀ, ਸਮਾਜ ਵਾਸਤੇ ਵੀ। 6ਵੀਂ ਦਇਆ ਕਿਸੇ ਦੇ ਔਗੁਣ ਕੱਢ ਕੇ ਉਹਨੂੰ ਗੁਣਾਂ ਵਾਲਾ, ਉਹਦੇ ਅੰਦਰ ਗੁਣ ਭਰਦੇ ਨੇ, ਆਖੋ ਸਤਨਾਮ। ਕਿਸੇ ਦੇ ਗੱਲ ਪਕੜ ਚ ਨਾ ਹੀ ਹੋਵੇ। ਸੰਤ ਟਹਿਲਦਾਸ ਹੋਏ ਨੇ, ਸਾਲ ਬਾਅਦ ਉਹਨਾਂ ਦੇ ਡੇਰੇ ਭੰਡਾਰਾ ਹੋਣਾ, ਸਾਲਾਨਾ ਪ੍ਰੋਗਰਾਮ ਹੋਣਾ। ਹੁਣ ਜਦੋਂ ਤੁਸੀਂ ਪਤਾ ਤੁਹਾਨੂੰ ਵੀ ਸਾਲਾਨਾ ਪ੍ਰੋਗਰਾਮ ਹੋਵੇ, ਹੁਣ ਸੰਗਤ ਜਿਹੜੀ ਕੋਈ 5-7 ਹਜ਼ਾਰ ਸਰੀਰ ਆਣਾ ਹੋਵੇ, ਉਹ ਸਮਾਨ ਆਇਆ ਹੁੰਦਾ, ਕਿਤਨਾ ਸਮਾਨ ਆਇਆ ਹੁੰਦਾ। ਇਹ ਜ਼ਿਕਰ ਲਿਖਿਆ ਸਾਖੀ ਵਿੱਚ ਕਿ ਜਿਸ ਦਿਨ ਸਾਲਾਨਾ ਭੰਡਾਰਾ ਸੀ, ਉਹ ਪ੍ਰੋਗਰਾਮ ਸੀ 2 ਦਿਨ ਪਹਿਲੇ ਰਾਤ ਨੂੰ ਸੰਤ ਟਹਿਲਦਾਸ ਦੇ ਅਸਥਾਨ ਤੇ ਚੋਰ ਆ ਗਏ ਕਿ ਵਾਵਾ ਸਮਾਨ ਆਇਆ ਹੋਇਆ ਤੇ ਚੋਰੀ ਕਰਨ ਦਾ ਮੌਕਾ ਹੈਗਾ ਜੀ, ਕਿ ਆਖੋ ਸਤਨਾਮ। ਚੋਰੀ ਕਰ ਰਹੇ, 1-1:30 ਦਾ ਟਾਈਮ ਹੈ, ਸਮਾਨ ਬਣ ਲਿਆ। ਮਹਾਂਪੁਰਸ਼ ਕਿਤੇ 1:30 ਵਜੇ ਉੱਠਦੇ ਸੀ। ਉਹ ਜਦੋਂ ਉੱਠੇ ਤੇ ਵੇਖਿਆ ਬੂਹੇ ਖੁੱਲੇ ਆ, ਸਮਾਨ ਚੋਰੀ ਹੋਇਆ ਹੋਇਆ। ਉਧਰੋਂ ਚੋਰ ਲੈ ਕੇ ਜਾ ਰਹੇ ਆ। ਹੁਣ ਆਹ ਕੰਮ ਕੋਈ ਕੋਈ ਕਰ ਸਕਦਾ। ਕਹਿੰਦੇ ਸੰਤ ਟਹਿਲਦਾਸ ਜੀ ਨੇ ਆਉਂ ਜੇਬ ਦੇ ਵਿੱਚੋਂ ਨਾ ਚਾਬੀਆਂ ਦਾ ਗੁੱਛਾ ਕੱਢਿਆ। ਇਧਰੋਂ ਚੋਰ ਜਾ ਰਹੇ ਤੇ ਮਗਰੋਂ ਜ਼ੋਰ ਨਾਲ ਗੁੱਛਾ ਸੁੱਟਦੇ ਆ ਚੋਰਾਂ ਦੇ ਪੈਰਾਂ ਵਿੱਚ। ਤੇ ਜਦੋਂ ਚੋਰ ਆਪਣੇ ਪੈਰਾਂ ਵਿੱਚ ਗੁੱਛਾ ਵੇਖਦੇ ਚਾਬੀਆਂ ਦਾ, 3-4 ਚਾਬੀਆਂ, ਤੇ ਸੰਤ ਟਹਿਲਦਾਸ ਜੀ ਕਹਿੰਦੇ ਆ ਮੇਰੇ ਸੱਜੇ ਹੱਥ ਕਮਰਾ, ਇਹ ਤੁਸੀਂ ਖੋਲਿਆ ਹੀ ਨਹੀਂ, ਕੀਮਤੀ ਸਮਾਨ ਤੇ ਇੱਧਰ ਪਿਆ ਹੋਇਆ। ਗੱਜ ਕੇ ਆਖੋ ਸਤਨਾਮ। ਉਹ ਭਾਈ ਗੁਰਮੁਖੋ, ਆਹ ਕਮਰਾ ਤੁਸੀਂ ਖੋਲਿਆ ਨਹੀਂ, ਐਵੇਂ ਚਾਬੀਆਂ ਦੇ ਰਿਹਾ, ਜਿਹੜਾ ਕੀਮਤੀ ਸਮਾਨ ਹੈ ਉਹ ਇੱਧਰ ਰੱਖਿਆ, ਉਹ ਵੀ ਲੈ ਜਾਓ। ਕਹਿੰਦੇ ਇੰਨੀ ਕੁ ਗੱਲ ਕਹੀ ਤੇ ਜਿਵੇਂ ਅੰਦਰੋਂ ਥੋੜੀ ਜੀ ਮੈਲ ਧੋਤੀ ਜਾਂਦੀ ਨਾ ਚੋਰ ਦੇ, ਥੋੜੀ ਜੀ ਧੋਤੀ ਗਈ ਵੀ ਹੈਰਾਨ, ਇਸ ਤਰ੍ਹਾਂ ਵੀ ਚਾਬੀਆਂ ਸੁੱਟਦਾ ਕੋਈ। ਕਹਿੰਦੇ ਜਦੋਂ ਚੋਰ ਨੇ ਉਹ ਚਾਬੀਆਂ ਫੜ ਲਈਆਂ, ਕਹਿੰਦਾ ਮਹਾਂਪੁਰਸ਼ੋ ਚੋਰ ਆਵੇ ਲੋਕੀ ਰੋਲਾ ਪਾਉਂਦੇ ਆ, ਲੋਕੀ ਰੋਲਾ ਪਾਉਂਦੇ ਵੀ ਪਕੜੋ, ਤੁਸੀਂ ਮੈਨੂੰ ਚਾਬੀ ਦੇ ਰਹੇ ਹੋ ਵੀ ਆਹ ਕੀਮਤੀ ਸਮਾਨ ਇਸ ਕਮਰੇ 'ਚ, ਉਹ ਵੀ ਲੈ ਜਾਓ। ਤੇ ਅੱਗੋਂ ਸੰਤ ਟਹਿਲਦਾਸ ਜੀ ਨੇ ਜਿਹੜਾ ਬਚਨ ਕੀਤਾ, ਜਰਾ ਸੁਣਿਓ, ਇਹ ਗੱਲ ਉੱਤੇ ਦੀ ਹੈ ਪਰ ਬੋਲਣੀ ਚਾਹੀਦੀ ਹੈ, ਕਿਆ ਪਤਾ ਕਿਤੇ ਕੋਲੋਂ ਕਿਹੜੀ ਸੇਵਾ। ਕਹਿੰਦਾ ਜੀ ਤੁਸੀਂ ਆਪ ਚਾਬੀਆਂ ਸੁੱਟਦੇ ਪਏ ਹੋ, ਇਹ ਵੀ ਲੈ ਜਾਓ। ਤੇ ਪਤਾ ਕੀ ਕਹਿੰਦੇ, ਕਹਿੰਦੇ ਪਰਸੋਂ ਭੰਡਾਰਾ ਏ, ਅਸੀਂ ਵੀ ਤੇ ਵੰਡਣਾ ਹੀ ਹੈ। ਗੱਜ ਕੇ ਆਖੋ ਸਤਨਾਮ। ਅਸੀਂ ਕਿਹੜਾ ਘਰ ਰੱਖਣਾ, ਅਸੀਂ ਵੀ ਤੇ ਵੰਡਣਾ ਹੀ ਹੈ ਨਾ, ਛਕਾਣਾ ਹੀ ਹੈ ਲੋਕਾਂ ਨੂੰ, ਸਭ ਕੁਝ ਵੰਡਣਾ ਹੀ ਹੈ ਨਾ। ਅਸੀਂ ਤੇ ਉਹਨਾਂ ਨੂੰ ਵੰਡਣਾ ਹੈ ਵੀ ਜਿਹੜੇ ਆਣਗੇ। ਤੁਸੀਂ ਐਡੀ ਰਾਤ ਇੰਨੀ ਮਿਹਨਤ ਲਾਉਂਦੇ ਪਏ ਹੋ, ਉਹਨਾਂ ਨਾਲੋਂ ਤੁਹਾਨੂੰ ਕਿੰਨਾ ਇਹ ਜ਼ਰੂਰੀ ਹੋਏਗਾ। ਆਖੋ ਸਤਨਾਮ। ਅਸੀਂ ਵੰਡਣਾ ਹੀ ਹੈ, ਤੁਸੀਂ ਲੈ ਜਾਓ, ਸਾਨੂੰ ਕੀ ਫਰਕ ਹੈ। ਕਹਿੰਦੇ ਜਦੋਂ ਇੰਨੀ ਗੱਲ ਕਹੀ, ਹੋਰ ਮੈਲ ਧੋਤੀ ਗਈ। ਵੇਖੋ ਇੱਥੇ ਕੋਈ ਪਹੁੰਚਦਾ, ਜਦੋਂ ਇੰਨੀ ਗੱਲ ਕਹੀ ਤੇ ਮੈਲ ਹੋਰ ਧੋਤੀ ਗਈ ਵੀ ਅਸੀਂ ਵੰਡਣਾ ਹੀ ਪਰਸੋਂ, ਤੇ ਤੁਸੀਂ ਅੱਜ ਹੀ ਆ ਗਏ ਹੋ, ਸਾਡੀ ਸੋ ਖੇਚਲ ਘਟਾਤੀ। ਅਸੀਂ
ਆਪ ਵੰਡਣਾ ਹੈ। ਜਿਹੜਾ ਤੁਸੀਂ ਐਡੀ ਰਾਤ ਜਾਗ ਕੇ ਇੰਨੇ ਖਤਰੇ ਦੇ ਵਿੱਚ ਇਹ ਕੁਝ ਲੈਣ ਆਏ ਹੋ ਤੇ ਤੁਹਾਨੂੰ ਕਿੰਨੀ ਲੋੜ ਹੋਏਗੀ। ਤੇ ਆਪਾਂ ਸੋ ਲਾਹਾ ਖੱਟਿਆ ਵੀ ਤੁਹਾਨੂੰ ਅਸਲੀ ਲੋੜ ਵਾਲੇ ਨੂੰ ਚੀਜ਼ ਦਿੱਤੀ। ਗੱਜ ਕੇ ਆਖੋ ਸਤਨਾਮ। ਇਹ ਸਾਖੀ 'ਚ ਜਿਗਰ ਲਿਖਿਆ ਕਹਿੰਦੇ ਜਦੋਂ ਆ ਤੀਜਾ ਵਚਨ ਕੀਤਾ ਨਾ ਵੀ ਅਸਲੀ ਲੋੜਵੰਦ ਨੂੰ ਚੀਜ਼ ਮਿਲ ਗਈ, ਕਹਿੰਦੇ ਉਸ ਚੋਰ ਦੀ ਇੰਨੀ ਮੈਲ ਧੋਤੀ ਗਈ ਕਿ ਸੰਤ ਟਹਿਲਦਾਸ ਜੀ ਦੇ ਪੈਰ ਫੜ ਲਏ। ਕਿਉਂ ਮੈਲ ਧੋਤੀ ਗਈ, ਔਗਣ ਧੋਤਾ ਗਿਆ। ਜਦੋਂ ਮੈਲ ਧੋਤੀ ਗਈ ਤੇ ਪੈਰ ਫੜ ਲਏ। ਜਦੋਂ ਪੈਰ ਫੜ ਲਏ ਤੇ ਅੱਗੋਂ ਕਹਿੰਦਾ ਜੀ ਮੈਨੂੰ ਬਖਸ਼ ਲਓ। ਉਹ ਕਹਿੰਦੇ ਚਾਬੀਆਂ ਦਿੱਤੀਆਂ, ਸਮਾਨ ਲੈ ਜਾ। ਪੈਰ ਛੱਡ ਦੇ ਸਾਡੇ। ਆਪੋ ਸਤਨਾਮ। ਪੈਰ ਛੱਡ ਦੇ ਸਾਡੇ। ਕਹਿੰਦਾ ਜੀ ਮੈਨੂੰ ਬਖਸ਼ ਲਓ। ਮੈਂ ਪਹਿਲੀ ਵਾਰੀ ਵੇਖਿਆ, ਹੁਣ ਇਹ ਸਮਝ ਲੈਣਾ। ਮੈਂ 3 ਪੱਖ ਬੋਲੇ ਸੀ, ਜਿਹਦੇ ਤੇ ਤੁਹਾਡਾ ਪ੍ਰਭਾਵ ਹੋਵੇ, ਪ੍ਰਭਾਵ ਨਾਲ ਲੋਗਣ ਕੱਢਣਾ। ਦੂਜਾ ਪੱਖ ਬੋਲਿਆ ਸੀ ਕਮਾਈ ਇੰਨੀ ਉੱਚੀ, ਕਰਨੀ ਇੰਨੀ ਉੱਚੀ ਕਿ ਕਰਨੀ ਵੇਖ ਕੇ ਅਗਲੇ ਦਾ ਲੋਗਣ ਨਿਕਲ ਜਾਣਾ। ਤੇ ਤੀਜਾ ਪੱਖ ਬੋਲਿਆ ਸੀ ਆਪਣੀ ਕਮਾਈ ਦੇ ਕੇ। ਆਖੋ ਸਤਨਾਮ। ਕਮਾਈ ਦੇ ਕੇ। ਇੱਥੇ ਦੂਜਾ ਪੱਖ ਚੱਲਦਾ ਪਿਆ ਮੇਰੇ ਖਿਆਲ 'ਚ। ਕਰਨੀ ਇੰਨੀ ਉੱਚੀ ਹੈ ਕਿ ਕਰਨੀ ਨੇ ਮਨ ਬਦਲਤਾ, ਮਨ ਧੋਤਾ। ਉਹ ਚੋਰ ਦਾ ਮਨ ਧੋਤਾ ਗਿਆ, ਗਿਆਨ ਹੋ ਗਿਆ ਤੇ ਪੈਰ ਫੜ ਲਏ। ਜਦੋਂ ਪੈਰ ਫੜ ਲਏ ਕਹਿੰਦਾ ਮਾਫੀ ਦੇ ਦਿਓ। ਕਹਿੰਦੇ ਸਮਾਨ ਲੈ ਜਾ। ਪੈਰ ਛੱਡ ਦੇ। ਨਹੀਂ ਜੀ ਛੱਡੇ ਹੀ ਨਾ। ਇਹ ਪੜਿਓ। ਮਹਾਂਪੁਰਸ਼ ਕਹਿੰਦੇ ਪੈਰ ਛੱਡ ਦੇ, ਸਮਾਨ ਲੈ ਜਾ। ਕਹਿੰਦੇ ਜਦੋਂ 3-4 ਵਾਰੀ ਕਿਹਾ ਸਾਡੇ ਪੈਰ ਛੱਡ ਦੇ, ਉਹ ਵੀ ਕਿਤੇ ਪੱਕਾ ਸੀ। ਕਿਉਂਕਿ ਮਹਾਂਪੁਰਸ਼ ਕਹਿੰਦੇ ਆ ਦਿਮਾਗ ਚੱਲਦਾ ਹੋਣਾ ਚਾਹੀਦਾ। ਜਿੰਨਾ ਦਿਮਾਗ ਸਾਧ ਦਾ ਚੱਲਦਾ ਉਨਾ ਹੀ ਚੋਰ ਦਾ ਚੱਲਦਾ। ਸਿਰਫ ਚੋਰ ਦਾ ਹੈਂਡਲ ਗਲਤ ਹੈ, ਸਾਧ ਦਾ ਹੈਂਡਲ ਸਹੀ ਹੈ। ਜਦੋਂ ਚੋਰ ਦਾ ਹੈਂਡਲ ਵੀ ਸਹੀ ਹੋ ਜਾਏ ਕਹਿੰਦੇ ਉਨੀ ਤੇਜ਼ੀ ਨੇ ਅੱਗੇ ਜਾਂਦਾ। ਅੱਜ ਕੀ ਆਖੋ ਸਤਨਾਮ। ਦਿਮਾਗ ਤਾਂ ਉਹਦਾ ਹੁੰਦਾ ਹੀ ਹੈ, ਸਿਰਫ ਹੈਂਡਲ ਚੇਂਜ ਹੋਣਾ ਉਹਦਾ। ਕਹਿੰਦੇ ਉਹ ਵੀ ਕਿਤੇ ਹੈ ਤੇ ਦਿਮਾਗ ਸੀ। ਪੈਰ ਛੱਡੇ ਹੀ ਨਾ। ਤੇ ਕਹਿੰਦੇ ਮਹਾਂਪੁਰਸ਼ ਸੰਤ ਟਹਿਲਦਾਸ ਜੀ ਹੱਥ 'ਚ ਚਿਮਟਾ ਰੱਖਦੇ ਸੀ। ਜਦੋਂ ਪੈਰ ਨਾ ਛੱਡੇ ਤੇ ਜ਼ੋਰ ਨਾਲ ਚਿਮਟਾ ਮਾਰਿਆ ਪਿੱਠ ਤੇ, ਛੱਡ ਸਾਡੇ ਪੈਰ। ਉਹਨੇ ਤਾਂ ਵੀ ਨਾ ਛੱਡੇ। ਮੈਨੂੰ ਬਖਸ਼ ਲਓ ਜੀ। ਕਹਿੰਦੇ ਮਹਾਂਪੁਰਸ਼ਾਂ ਨੇ ਦੂਜੀ ਵਾਰੀ ਚਿਮਟਾ ਮਾਰਿਆ, ਛੱਡ ਸਾਡੇ ਪੈਰ। ਉਹਨੇ ਤਾਂ ਵੀ ਨਾ ਛੱਡੇ। ਆਖੋ ਸਤਨਾਮ। ਤੇ ਜ਼ਿਕਰ ਲਿਖਿਆ ਕਹਿੰਦੇ ਸੰਤ ਟਹਿਲਦਾਸ ਜੀ ਨੇ ਤੀਜੀ ਵਾਰੀ ਚਿਮਟਾ ਮਾਰਿਆ, ਛੱਡ ਸਾਡੇ ਪੈਰ। ਜਦੋਂ ਤੀਜੀ ਵਾਰੀ ਚਿਮਟਾ ਮਾਰਿਆ ਤੇ ਪਿੱਠ ਤੋਂ ਨਿੱਕਾ ਨਿੱਕਾ ਖੂਨ ਵਗਣ ਲੱਗ ਪਿਆ। ਜਦੋਂ ਤੀਜੀ ਵਾਰੀ ਚਿਮਟਾ ਮਾਰਿਆ, ਛੱਡ ਸਾਡੇ ਪੈਰ। ਉਹਨੇ ਤਾਂ ਵੀ ਨਾ ਛੱਡੇ। ਤੇ ਚਿਮਟਾ ਪਾਸੇ ਰੱਖ ਕੇ ਤੇ ਗਲਵੱਕੜੀ 'ਚ ਲੈ ਲਿਆ। ਕਹਿੰਦੇ ਓਏ ਐਡਾ ਪੱਕਾ, ਐਡਾ ਪੱਕਾ। ਸੰਤ ਟਹਿਲਦਾਸ ਕਹਿੰਦੇ 3 ਚਿਮਟੇ ਸਹਿ ਗਏ ਗੁਰੂ ਨਾਨਕ ਦੇ ਖਜ਼ਾਨੇ 'ਚੋਂ, ਤੇਰੇ 3 ਜਨਮਾਂ ਦੇ ਪਾਪ ਧੋਤੇ ਗਏ। ਧਿਆਨ ਦੇਣਾ। ਸਤਿ ਸ੍ਰੀ ਅਕਾਲ। ਮਹਾਂਪੁਰਸ਼ ਕਹਿੰਦੇ ਗੁਰੂ ਨਾਨਕ ਦੇ ਖਜ਼ਾਨੇ ਤੂੰ, ਅਸੀਂ ਵੇਖਦੇ ਪਏ ਸਾਂ ਵੀ ਅੰਦਰੋਂ ਹੀ ਪੈਰ ਫੜੇ ਕੇ ਉੱਤੋਂ ਉੱਤੋਂ ਹੀ। ਇੱਕ ਕਿਤੇ ਪੜਿਓ ਜ਼ਿਕਰ ਉਸ ਟਕਸਾਲ ਦੇ ਮਹਾਂਪੁਰਸ਼ਾਂ ਦਾ। ਕਹਿੰਦੇ ਉਹ ਚੋਰ ਜਿਹੜਾ 3 ਚਿਮਟੇ ਸਹਿ ਗਿਆ, ਕਹਿੰਦੇ ਜਾ ਗੁਰੂ ਨਾਨਕ ਦੇ ਖਜ਼ਾਨੇ 'ਚੋਂ 3 ਜਨਮਾਂ ਦੇ ਪਾਪ ਧੋਤੇ ਗਏ। ਕਹਿੰਦੇ ਇਹੋ ਜਿਹਾ ਰੰਗ ਲੱਗਾ, ਮਾਲਾ ਲੈ ਲਈ, ਉੱਥੇ ਹੀ ਰਹਿਣ ਲੱਗ ਪਿਆ, ਨਾਮ ਬੰਦਗੀ ਕਰਨ ਲੱਗ ਪਿਆ। ਕਹਿੰਦੇ ਇੰਨੀ ਕੁ ਕਿਰਪਾ ਹੋਈ ਕਿ ਸੰਤ ਟਹਿਲਦਾਸ ਜੀ ਤੋਂ ਬਾਅਦ ਉਹ ਚੋਰ ਸੁਰਜਨ ਦਾਸ ਉਸ ਗੱਦੀ ਤੇ ਬੈਠਾ। ਆਖੋ ਸਤਨਾਮ। ਹੁਣ ਇਹ ਕੀ ਹੈ ਕਿ ਕਰਨੀ ਇੰਨੀ ਉੱਚੀ, ਇੰਨੇ ਨਿਰਵੈਰ। ਚਾਬੀਆਂ ਸੁੱਟਣੀਆਂ ਮੈਂ ਬੋਲ ਦਿਆਂਗਾ ਸਟੇਜ ਤੋਂ, ਤੁਸੀਂ ਸੁਣ ਲੋਗੇ। ਇਹ ਕੋਈ ਸੌਖਾ ਕੰਮ ਨਹੀਂ ਹੁੰਦਾ। ਚਾਬੀ ਸੁੱਟਣੀ ਵੀ ਲੈ ਜਾ, ਬੜਾ ਔਖਾ। ਕਹਿੰਦੇ ਕਰਨੀ ਇੰਨੀ ਨਿਰਵੈਰ ਹੈ ਕਿ ਕਰਨੀ ਵੇਖ ਕੇ ਕਿਸੇ ਦਾ ਔਗਣ ਕੱਢਤਾ। ਆਖੋ ਸਤਨਾਮ। ਇਹ ਅੱਜ ਤੁਸੀਂ 6ਵੀਂ ਦਇਆ ਸੁਣ ਰਹੇ ਹੋ। ਤੁਹਾਡੇ ਜੋ ਕੋਈ ਕੁਐਸਚਨ ਕਰਦੇ ਕਿ ਜੀ ਇਹ ਬਾਣੀ 'ਚ 6ਵੀਂ ਦਇਆ ਲਿਖੀ ਹੈ, ਕੋਈ ਹੈ ਇਹੋ ਜਿਹਾ ਵੀ ਜਿਹੜਾ ਔਗਣ ਵੀ ਕੱਢ ਦੇਗਾ? ਤੇ ਇੱਕ ਵਾਰੀ ਵੀਰ, ਇੱਕ ਵਾਰੀ ਭੈਣਾ, ਜਰਾ ਬਾਣੀ 'ਚੋਂ ਪੰਕਤੀ ਬੋਲਿਓ ਪਿਆਰ ਦੇ ਨਾਲ ਕਿ ਧੰਨ ਗੁਰੂ ਗ੍ਰੰਥ ਸਾਹਿਬ ਹੀ ਕਹਿ ਰਹੇ ਆ
ਛੇਵੀਂ ਦਇਆ ਧਰਤੀ ਤੇ ਗੁਰਬਾਣੀ 'ਚ ਵੀ ਉਹਦਾ ਇਸ਼ਾਰਾ ਹੈ ਜੀ, ਬੜੇ ਪਿਆਰ ਨਾਲ ਜੀ। ਪਰ ਉਪਕਾਰ ਕਰੇ, ਪਰ ਉਪਕਾਰ ਕਰੇ, ਪਰ ਉਪਕਾਰ ਕਰੇ, ਪਰ ਉਪਕਾਰ ਕਰੇ। ਗੱਜ ਕੇ ਭੈਣੋ, ਪਰ ਇਹ ਗੁਰਸਿੱਖ ਦੀ ਗੱਲ ਕਹੀ ਹੈ। ਅਵਗਣ ਸਭ ਮਿਟਾਏ ਕੇ, ਅਵਗਣ ਸਭ ਮਿਟਾਏ ਕੇ, ਅਵਗਣ ਅਵਗਣ ਸਭ ਮਿਟਾਏ ਕੇ, ਅਵਗਣ ਸਭ ਮਿਟਾਏ ਕੇ। ਪਰ ਉਪਕਾਰ ਕਰੇ, ਪਰ ਉਪਕਾਰ ਕਰੇ। ਸਾਜਨ ਬੰਦ ਸੋ ਮਿੱਤਰ ਸੋ, ਅਰਥ ਸਮਝ ਲੈਣਾ ਜੀ ਆਪੇ। ਜਿਹੜੇ ਔਗੁਣ ਕੱਢ ਦੇਣ ਤੇ ਗੁਣ ਭਰ ਦੇਣ, ਕਹਿੰਦੇ ਅਸਲੀ ਤੇਰੇ ਰਿਸ਼ਤੇਦਾਰ ਹੈ, ਅਸਲੀ ਸੱਜਣ, ਅਸਲੀ ਮਿੱਤਰ। ਸਾਜਨ ਬੰਦ ਸੋ ਮਿੱਤਰ ਸੋ, ਹਰ ਨਾਮ ਹਿਰਦੇ ਦੇ, ਅਵਗਣ ਸਭ ਮਿਟਾਏ ਕੇ, ਪਰ ਉਪਕਾਰ ਕਰੇ। ਅਵਗਣ ਸਭ ਮਿਟਾਏ ਕੇ, ਅਵਗਣ ਸਭ ਮਿਟਾਏ ਕੇ। ਵਾਹ ਵਾਹ। ਅਵਗਣ ਸਭ ਮਿਟਾਏ ਕੇ, ਅਵਗਣ ਸਭ ਮਿਟਾਏ ਕੇ। ਬੁਰੇ ਨਾਲ ਸਭ ਬੁਰੀ ਕਰੇਂਗੇ। ਭਾਈ ਨੰਦ ਲਾਲ ਜੀ, ਬੁਰੇ ਨਾਲ ਸਭ ਬੁਰੀ ਕਰੇਂਗੇ। ਚੋਰ ਨੂੰ ਮਾਰਦੇ ਤੇ ਸਾਰੇ ਹੀ ਹੈ। ਬੁਰੇ ਨਾਲ ਸਭ ਬੁਰੀ ਕਰੇਂਗੇ, ਮਾਫ ਕਰਨ ਕਈ ਸਿਆਣੇ। ਬੁਰੇ ਨਾਲ ਵੀ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਭਾਈ ਨੰਦ ਲਾਲ, ਬੁਰੇ ਨਾਲ ਵੀ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਅਵਗਣ ਸਭ ਮਿਟਾਏ ਕੇ, ਅਵਗਣ ਸਭ ਮਿਟਾਏ ਕੇ। ਪਰ ਉਪਕਾਰ ਕਰਨੀ ਇੰਨੀ ਉੱਚੀ ਸੰਤ ਟਹਿਲਦਾਸ ਦੀ ਕਿ ਕਰਨੀ ਨੇ ਦੂਜੇ ਦਾ ਮਨ ਧੋ ਦਿੱਤਾ। ਆਖੋ ਸਤਿਨਾਮ। ਔਗਣ ਕੱਢ ਦਿੱਤੇ। ਇੱਕ ਇਹ ਜਿਹੜੀ ਛੇਵੀਂ ਦਇਆ ਨਾ, ਇਹ ਮਹਾਂਪੁਰਸ਼ ਇੱਕ ਗਾਥਾ ਸੁਣਾਉਂਦੇ ਸੀ। ਕਹਿੰਦੇ ਇੱਕ ਸੇਠ ਕੋਲ ਬਹੁਤ ਮਾਇਆ, ਤੇ ਇੱਕ ਦਿਨ ਆਪਣੇ ਮੁਨੀਮ ਨੂੰ ਪੁੱਛਦਾ, ਕਹਿੰਦਾ ਜਰਾ ਥੋੜਾ ਹਿਸਾਬ ਲਾ, ਕਿੰਨੀ ਕੁ ਮਾਇਆ ਮੇਰੇ ਕੋਲ। ਉਹਨੇ ਹਿਸਾਬ ਲਾਇਆ, ਕਹਿੰਦਾ ਜੀ ਤੁਹਾਡੀਆਂ 10 ਪੀੜ੍ਹੀਆਂ ਵਿਹਲੇ ਬਹਿ ਕੇ ਖਾ ਸਕਦੀਆਂ। ਅੱਜ ਕਿਹਾ ਕੋ ਸਤਿਨਾਮ। ਇੰਨੀ ਮਾਇਆ ਕਿ 10 ਪੀੜ੍ਹੀਆਂ ਵਿਹਲੇ ਬਹਿ ਕੇ ਖਾ ਸਕਦੀਆਂ। ਕਹਿੰਦੇ ਉਹ ਸੇਠ ਨੇ ਰੋਣਾ ਸ਼ੁਰੂ ਕਰਤਾ, ਉੱਚੀ ਉੱਚੀ ਰੋਣ ਲੱਗ ਪਏ।
ਮੁਨੀਮ ਕਹਿੰਦਾ ਇਹਨਾਂ ਨੂੰ ਕੀ ਹੋ ਗਿਆ? ਸੇਠ ਜੀ ਰੋਂਦੇ ਕਿਉਂ ਪਏ ਹੋ? ਤੁਹਾਡੇ ਪੁੱਤਰ ਇੱਕ ਪੀੜੀ, ਪੋਤਰੇ ਦੂਜੀ ਪੀੜੀ, ਪੜਪੋਤਰੇ ਤੀਜੀ ਪੀੜੀ, ਇਸ ਤਰ੍ਹਾਂ 10 ਪੀੜੀਆਂ ਵਿਹਲੇ ਬਹਿ ਕੇ ਖਾ ਸਕਦੀਆਂ, ਤੁਸੀਂ ਰੋਣ ਲੱਗ ਪਏ ਹੋ? ਕਹਿੰਦਾ ਮੈਂ ਤਾਂ ਰੋਣਾ ਪਿਆ ਵਾਂ, ਮੇਰੀ 11ਵੀਂ ਪੀੜੀ ਦਾ ਕੀ ਬਣੇਗਾ? ਗੱਜ ਕੇ ਆਖੋ ਸਤਨਾਮ। ਕਹਿੰਦਾ ਮੇਰੀ 11ਵੀਂ ਪੀੜੀ ਦਾ ਕੀ ਬਣੇਗਾ? ਹੁਣ ਇਹ ਕੀ ਹੈ? ਔਗਣ। ਇਹ ਕੀ ਹੈ? ਇਹ ਔਗਣ ਹੈ। ਇੰਨੀ ਪਕੜ, ਇੰਨੀ ਪਕੜ ਕਿ 10 ਪੀੜੀਆਂ ਜਿੰਨੀ ਮਾਇਆ ਪਈ ਏ, ਪਰ ਚਿੰਤਾ ਤਾਂ ਵੀ ਨਹੀਂ ਗਈ ਵੀ 11ਵੀਂ ਪੀੜੀ ਦਾ ਕੀ ਬਣੇਗਾ। ਕਹਿੰਦੇ ਮੁਨੀਮ ਗੁਰਮੁਖ ਸੀ। ਆ ਸੀ ਕਿ ਜਿਸ ਸੇਠ ਦੇ ਮੈਂ ਲੜ ਲੱਗਾ ਵਾਂ, ਇਹ ਨਿਰੰਕਾਰ ਕਿਤੇ ਇਹਦਾ ਔਗਣ ਨਿਕਲ ਜਾਵੇ। ਇਹ ਮਾਇਆ ਦਾਨ ਪੁੰਨ ਹੋਵੇ, ਇਹਦੇ ਕੋਲ 10 ਪੀੜੀਆਂ ਜਿੰਨੀ ਚਿੰਤਾ ਤਾਂ ਵੀ ਨਹੀਂ। ਗੁਰਮੁਖ ਸੀ। ਕਹਿੰਦਾ ਮੈਂ ਤਾਂ ਨੌਕਰ ਹਾਂ, ਮੈਂ ਕੋਈ ਸਮਝਾਵਾਂ ਅਸਰ ਨਹੀਂ ਹੋ ਸਕਦਾ। ਕਿਉਂ? ਮੈਂ ਦੇ ਅੰਡਰ ਤਨਖਾਹ ਲੈਣ। ਕਹਿਣ ਲੱਗਾ ਉਹ ਮੁਨੀਮ ਇੱਕ ਗੁਰਮੁਖ ਆਤਮਾ ਸੀ। ਕਹਿੰਦਾ ਸੇਠ ਜੀ ਰੋਵੋ ਨਾ। ਤਾਂ ਰੋ ਰਹੇ ਹੋ? 11ਵੀਂ ਪੀੜੀ ਦਾ ਕੀ ਬਣੇਗਾ? ਉਹ ਮੁਨੀਮ ਕਹਿੰਦਾ ਜੀ ਇੱਥੋਂ 2 ਮੀਲ ਦੂਰ ਇੱਕ ਬੜੀ ਨਾਮ ਕਮਾਈ ਵਾਲੇ ਮਹਾਂਪੁਰਸ਼ ਰਹਿੰਦੇ ਨੇ, ਇੱਕ ਨਿਰਮਲ ਆਤਮਾ ਰਹਿੰਦੀ ਏ। ਆਪਾਂ ਸਵੇਰੇ ਚਾਵਲ, ਦਾਲ, ਹੋਰ ਪਦਾਰਥ ਰਕਸ਼ੇ ਤੇ ਲੱਦ ਕੇ ਨਾ, ਆਟਾ, ਖੰਡ, ਘਿਓ, ਤੇ ਉਹਨੂੰ ਦਾਨ ਕਰਨ ਜਾਵਾਂਗੇ। ਤੇ ਦਾਨ ਕਰਨ ਤੋਂ ਬਾਅਦ ਕਹਾਂਗੇ ਵੀ ਸਾਡੀ ਅਰਦਾਸ ਕਰ, ਸਾਨੂੰ ਹੋਰ ਮਾਇਆ ਮਿਲੇ ਕਿ 11ਵੀਂ ਪੀੜੀ ਵੀ ਨਾ, ਉਹ ਵੀ ਨਾ ਭੁੱਖੀ ਰਵੇ। ਕਹਿੰਦਾ ਠੀਕ ਹੈ, ਆਖੋ ਸਤਨਾਮ। ਕਹਿੰਦੇ ਰਕਸ਼ੇ ਤੇ ਆਟਾ ਲੱਦ ਲਿਆ, ਖੰਡ ਲੱਦ ਲਈ, ਦਾਲ ਲੱਦ ਲਈ, ਘਿਓ ਲੱਦ ਲਿਆ। ਜਦੋਂ ਕਹਿੰਦੇ ਉਹ ਬੂਹਾ ਖੜਕਾਇਆ, ਉਹ ਨਿਰਮਲ ਆਤਮਾ ਦਾ ਮੁਨੀਮ ਵੀ ਹੈ, ਗੁਰਮੁਖ ਸੇਠ ਵੀ ਹੈ। ਕਹਿੰਦੇ ਜਦੋਂ ਬੂਹਾ ਖੜਕਾਇਆ ਤੇ ਨਿਰਮਲ ਆਤਮਾ ਨੇ ਕਿਹਾ ਆਓ ਜੀ, ਜੀ ਆਇਆਂ ਨੂੰ, ਬੈਠੋ। ਕਿੱਧਰ ਆਏ ਹੋ? ਉਹ ਸੇਠ ਕਹਿੰਦਾ ਜੀ ਤੁਹਾਨੂੰ ਆਟਾ, ਖੰਡ, ਦਾਲਾਂ, ਘਿਓ, ਸ਼ੱਕਰ, ਗੁੜ ਇਹ ਦਾਨ ਕਰਨਾ ਆਇਆ, ਦੇਣ ਆਇਆ। ਉਹ ਅੱਗੋਂ ਨਿਰਮਲ ਆਤਮਾ ਕੀ ਕਹਿੰਦੀ? ਕਹਿੰਦੇ ਅਜੇ ਲਾਇਓ ਨਾ ਰਕਸ਼ੇ ਤੋਂ, ਰੁਕ ਜਾਓ, ਮੈਂ ਆਪਣੀ ਘਰ ਵਾਲੀ ਨੂੰ ਪੁੱਛ ਲਵਾਂ ਲੋੜ ਹੈ, ਧਿਆਨ ਦੇਣਾ ਜਰਾ, ਵੀ ਸਮਾਨ ਲੋੜ ਹੈ। ਤੇ ਕਹਿੰਦੇ ਉਹ ਨਿਰਮਲ ਆਤਮਾ ਆਪਣੀ ਘਰ ਵਾਲੀ ਨੂੰ ਆਵਾਜ਼ ਦਿੰਦੀ ਏ ਉੱਤੇ, ਭਾਗਾਂ ਵਾਲੀ ਏ, ਕੋਈ ਸੇਠ ਦਾਨ ਕਰਨਾ ਹੈ, ਆਟਾ, ਖੰਡ, ਗੁੜ, ਸ਼ੱਕਰ, ਘਿਓ, ਭਾਗਾਂ ਵਾਲੀ ਏ, ਸਾਨੂੰ ਲੋੜ ਹੈ। ਉਤੋਂ ਘਰ ਵਾਲੀ ਮੁੱਗ ਜੋ ਕੀ ਆਵਾਜ਼ ਦਿੰਦੀ? ਕਹਿੰਦੀ ਜੀ ਅੱਜ ਰਾਤ ਦਾ ਹੈਗਾ, ਆਖੋ ਸਤਨਾਮ। ਅੱਜ ਰਾਤ ਦਾ ਗੁਜ਼ਾਰਾ ਬਹੁਤ ਸੋਹਣਾ ਹੁੰਦਾ, ਸਾਨੂੰ ਨਹੀਂ ਲੋੜ। ਕਹਿੰਦੇ ਉਹ ਨਿਰਮਲ ਆਤਮਾ ਕੀ ਕਹਿੰਦੀ? ਸੇਠ ਜੀ ਸਾਡਾ ਅੱਜ ਦਾ ਗੁਜ਼ਾਰਾ ਬੜਾ ਸੋਹਣਾ ਹੁੰਦਾ, ਤੇ ਤੁਸੀਂ ਉਹਨੂੰ ਦੇ ਦਿਓ ਜਿਹਨੂੰ ਲੋੜ ਹੈ। ਇਹ ਚੀਜ਼ ਉੱਥੇ ਦਾਨ ਕਰਦੇ ਹੋ ਜਿੱਥੇ ਲੋੜ ਹੈ, ਸਾਡਾ ਅੱਜ ਦਾ ਗੁਜ਼ਾਰਾ ਹੁੰਦਾ। ਤੇ ਅੱਗੋਂ ਸੇਠ ਕੀ ਕਹਿੰਦਾ? ਕਹਿੰਦਾ ਓਏ ਬੁੱਧੂ, ਉਹ ਮੂਰਖ, ਜੇ ਅੱਜ ਦਾ ਗੁਜ਼ਾਰਾ ਹੁੰਦਾ ਤੇ ਕੱਲ ਕੀ ਖਾਏਗਾ? ਮੇਰੇ ਕੋਲ ਲੈਂਦਾ ਕਿਉਂ ਨਹੀਂ? ਕੱਲ ਵਾਸਤੇ ਕਿਉਂ? ਕੱਲ ਦਾ ਗੁਜ਼ਾਰਾ ਕਿਵੇਂ ਕਰਾਂਗਾ? ਕੱਲ ਹੀ ਰੱਖ। ਉਹ ਨਿਰਮਲ ਆਤਮਾ ਨੇ ਅੱਗੋਂ ਤੀਰ ਮਾਰਿਆ। ਕਹਿੰਦਾ ਸੇਠ ਜੀ ਜਿੰਨੇ ਅੱਜ ਦਿੱਤਾ ਉਹ ਕੱਲ ਵੀ ਭੇਜ ਦੇਗਾ, ਪਰ ਜੋ ਅੱਜ ਤੁਹਾਡੇ ਕੋਲ ਲੋੜ ਹੈ, ਜੋ ਅੱਜ ਤੁਹਾਡੇ ਕੋਲ ਸਮਾਨ ਹੈ, ਉਹ ਮੈਨੂੰ ਨਹੀਂ ਲੋੜ, ਕਿਸੇ ਲੋੜਵੰਦ ਨੂੰ ਦੇ ਦੇ। ਧਿਆਨ ਦਿਓ, ਕਰਨੀ। ਉਹ ਨਿਰਮਲ ਆਤਮਾ ਦੀ ਕਰਨੀ ਕਿੰਨੀ ਵੱਡੀ ਹੈ ਕਿ ਪਕੜ ਨਹੀਂ ਹੈਗੀ। ਕਹਿੰਦੇ ਇੰਨੇ ਲਫ਼ਜ਼ ਕਹੇ ਨਾ ਵੀ ਜਿੰਨੇ ਅੱਜ ਦਿੱਤਾ ਉਹ ਕੱਲ ਵੀ ਭੇਜ ਦੇਗਾ। ਸੈਲ ਪੱਥਰ ਮੈਂ
ਜਨ ਤੋਂ ਪਾਏ ਤਾਂ ਕਰ ਰਿਜਕ ਆਗੇ ਕਰ ਕਰਿਆ ਆਖੋ ਸਤਨਾਮ। ਆ ਦਮਦਮੀ ਟਕਸਾਲ ਦੇ ਮਹਾਂਪੁਰਸ਼ ਆ ਸੇਵਾਦਾਰਾਂ ਨਾਲ ਜਾ ਰਹੇ ਸੀ ਇੱਧਰ ਮਕਰਾਣੇ ਵਾਲੇ ਇਲਾਕੇ ਤੇ ਉੱਥੇ ਉਹ ਪੱਥਰ ਚੀਰਦੇ ਪਏ ਸੀ, ਵੱਡੇ ਵੱਡੇ ਆ ਰਹੇ ਹੁੰਦੇ ਤੇ ਉਹਦੇ ਨਾਲ ਪੱਥਰ। ਉਹ ਜਦੋਂ ਪੱਥਰ ਦੋ ਫਾੜ ਹੋਇਆ ਤੇ ਵਿੱਚ ਕੀੜਾ ਤੇ ਮਹਾਂਪੁਰਸ਼ ਰੁਕ ਗਏ। ਸੇਵਾਦਾਰ ਨਾਲ 6-7 ਸੇਵਾਦਾਰਾਂ ਨੂੰ ਕਹਿੰਦੇ ਵੀ ਰੋਜ਼ ਕਥਾ ਸੁਣਦੇ ਹੋ, ਆਓ ਅੱਜ ਤੁਹਾਨੂੰ ਅੱਖੀ ਵਿਖਾ ਦਈਏ। ਆ ਪੱਥਰ ਚੀਰਿਆ, ਕਿਧਰੋਂ ਹਵਾ ਦਾ ਸਾਧਨ ਨਹੀਂ, ਸਾਰਾ ਪੱਥਰ ਬੰਦ ਏ, ਪਰ ਨਿਰੰਕਾਰ ਜਿਹਨੂੰ ਫਿਕਰ ਏ, ਇਹ ਪੱਥਰ ਦੇ ਅੰਦਰ ਇਸ ਵੇਲੇ ਕੀੜਾ ਸਾਹ ਲੈ ਰਿਹਾ, ਜੀਂਦਾ ਆਨੰਦ ਵਿੱਚ ਆਪਣਾ ਮੌਜ ਲੈ ਰਿਹਾ। ਉਹ ਨਿਰੰਕਾਰ ਦੀ ਡਿਊਟੀ ਹੈ, ਜਿਹਨੂੰ ਰੋਟੀ ਦੇਣੀ ਪੱਥਰ ਵਿੱਚ ਵੀ ਦੇ ਦੇ। ਇਹ ਜਿਹੜਾ ਮੈਂ ਉਹਨਾਂ ਦੇ ਸੇਵਾਦਾਰਾਂ ਤੋਂ ਬਚਨ ਸੁਣਿਆ ਨਾ, ਇਹਨੂੰ ਦੂਜੇ ਬੰਨੇ ਨਾ ਖੜੇ ਹੋ। ਕਹਿੰਦੇ ਉਹ ਕੀੜੇ ਦੇ ਆਲੇ ਦੁਆਲੇ ਨਾ ਆਉਂ ਪੀਲੀ 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 ਬੂਰ ਬੂਰ ਜੀ, ਕਈ ਵਾਰੀ ਵੇਖਦੇ ਹੋ ਨਾ ਕੀੜੇ ਦੇ ਆਲੇ ਦੁਆਲੇ ਹੁੰਦੀ। ਤੇ ਮਹਾਂਪੁਰਸ਼ ਉਹਨਾਂ ਨੇ ਹੱਥ ਨਾਲ ਨਾ ਮਾੜੀ ਜੀ ਬੂਰ ਚੁੱਕ ਲਈ, ਮਾੜੀ ਜੀ ਬੂਰ ਚੁੱਕ ਕੇ ਇੱਕ ਸਰੀਰ ਨੂੰ ਕਹਿੰਦੇ ਵੀ ਮਾੜੀ ਜੀ ਜ਼ਬਾਨ ਨਾਲ ਲਾ। ਜਦੋਂ ਉਹਨੇ ਜ਼ਬਾਨ ਨਾਲ ਲਾਈ ਤੇ ਸ਼ੱਕਰ ਵਰਗੀ ਮਿੱਠੀ ਉਹ ਬੂਰ ਜੀ। ਮਹਾਂਪੁਰਸ਼ ਕਹਿੰਦੇ ਵੇਖੋ ਨਿਰੰਕਾਰ। ਆਪਾਂ ਇੱਕ ਕਈ ਵਾਰੀ ਮਾਇਆ ਕਰਕੇ ਕਿੰਨੇ ਬੋਝ ਪਾਏ ਹੁੰਦੇ। ਮਹਾਂਪੁਰਸ਼ ਕਹਿੰਦੇ ਪੱਥਰ ਨੂੰ ਕਿਧਰੋਂ ਬਾਹਰ ਨਹੀਂ, ਕਿਧਰੋਂ ਸਾਧਨ ਹੀ ਚੀਜ਼ ਭੇਜਣ ਦਾ, ਪਰ ਨਿੱਕੀ ਨਿੱਕੀ ਬਰੀਕ ਜੀ ਸ਼ੱਕਰ ਜਿਹੜੀ ਹੈ ਉਹ ਕੀੜੇ ਵਾਸਤੇ ਰੱਬ ਨੇ ਉੱਥੇ ਵੀ ਰੱਖੀ ਹੋਈ ਹੈ। ਆਖੋ ਸਤਨਾਮ। ਪੜ੍ਹਦੇ ਹੋ ਨਾ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜਕ ਆਗੇ ਕਰ ਧਰਿਆ। ਉਹ ਨਿਰਮਲ ਆਤਮਾ ਇੰਨੀ ਕਰਨੀ ਉੱਚੀ ਸੀ। ਉਹ ਕਹਿੰਦਾ ਜੀ ਕੱਲ ਦਾ ਕੀ ਕਰੋਗੇ? ਤੇ ਉਹਨੇ ਜਦੋਂ ਤੀਰ ਮਾਰਿਆ ਨਾ, ਜਿਹੜੇ ਪਰਮੇਸ਼ਰ ਨੇ ਅੱਜ ਦਾ ਭੇਜਿਆ ਉਹ ਕੱਲ ਵੀ ਭੇਜ ਦੇਗਾ, ਇਹ ਕਿਸੇ ਲੋੜਵੰਦ ਨੂੰ ਦੇ ਦਿਓ। ਇੰਨੀ ਗੱਲ ਕਹਿਣ ਦੀ ਦੇਰ ਸੀ, ਕਹਿੰਦੇ ਉਸ ਸੇਠ ਨੂੰ ਖੜੇ ਖੜੇ ਗਿਆਨ ਹੋ ਗਿਆ, ਗਿਆਨ ਹੋ ਗਿਆ, ਔਗਣ ਧੋਤਾ ਗਿਆ। ਆਪਣੇ ਮੁਨੀਮ ਨੂੰ ਕਹਿੰਦਾ ਉਹ ਮੁਨੀਮ ਇਹਦੇ ਕੋਲ ਕੱਲ ਵਾਸਤੇ ਕੁਝ ਨਹੀਂ ਤੇ ਖੇੜੇ 'ਚ ਜਿਹਨੇ ਅੱਜ ਦਿੱਤਾ ਕੱਲ ਵੀ ਦੇ ਦੇਗਾ। ਮੇਰੀਆਂ 10 ਪੀੜ੍ਹੀਆਂ ਤੱਕ ਪਿਆ ਤੇ ਮੈਂ ਤਾਂ ਵੀ ਚਿੰਤਾ 'ਚ ਅੱਜ ਇਹਦੀ 2 ਮਿੰਟ ਸੰਗਤ ਕਰਕੇ ਮੇਰਾ ਔਗਣ ਨਿਕਲ ਗਿਆ। ਚੱਲ ਮੇਰੇ ਨਾਲ, ਆਪਾਂ ਵੀ ਇਹ ਸਭ ਕੁਝ ਪੁੰਨ ਦਾਨ ਕਰਕੇ ਤੇ ਅਸਲੀ ਲਾਹਾ ਖੱਟ ਲਈਏ। ਆਖੋ ਸਤਨਾਮ। ਦਮੜਾ ਤਿਸੀ ਕਾ ਜੋ ਖਰਚੇ ਅਰ ਖਾਏ, ਦੇਵੇ ਦਿਲਾਵੇ ਰਜਾਏ ਖੁਦਾਏ। ਆਖੋ ਸਤਨਾਮ। ਇਹਨੂੰ ਕੀ ਕਹੋਗੇ? ਦਇਆ ਨਹੀਂ? ਕਰਨੀ ਇੰਨੀ ਉੱਚੀ ਹੈ, ਅੰਦਰ ਸੱਚ ਇੰਨਾ ਉੱਚਾ ਹੈ ਬੰਦੇ ਦੇ ਕਿ ਦੂਜਾ ਉਹਦਾ ਸੱਚ ਵੇਖ ਕੇ ਆਪਣਾ ਜੀਵਨ ਬਦਲਾ ਦਿੰਦਾ। ਆਖੋ ਸਤਨਾਮ। 2-4 ਮਿੰਟ ਹੋਰ ਸਹਿਯੋਗ ਦੇਣਾ। ਇਹ 6ਵੀਂ ਦਇਆ ਪਰ ਉਪਕਾਰ ਕਰੇ, ਪਰ ਉਪਕਾਰ ਕਰੇ। ਅੱਜ ਭੈਣੋ ਅਵਗਣ ਸਭ ਮਿਟਾਏ ਕੇ, ਅਵਗਣ ਆਪ ਮਿਟਾਏ ਕੇ। ਪਰ ਉਪਕਾਰ ਕਰੇ, ਪਰ ਉਪਕਾਰ ਕਰੇ। ਅੱਜ ਭੈਣੋ ਸਾਰੇ ਗੱਜ ਕੇ ਆਖੋ ਸਤਨਾਮ। 2-3 ਮਿੰਟ ਸਹਿਯੋਗ ਦੇਣਾ। 6ਵੀਂ ਦਇਆ ਕਿਸੇ ਦੇ ਔਗਣ ਕੱਢ ਕੇ ਗੁਣ ਭਰ ਦੇਣੇ। ਮਾਂ ਬਣ ਕੇ ਭਰ ਦੇ, ਟੀਚਰ ਬਣ ਕੇ ਭਰ ਦੇ, ਕਰਨੀ ਉੱਚੀ ਕਰਕੇ ਭਰ ਦੇ। ਮੈਂ ਕਈ ਵਾਰੀ ਅੱਗੇ ਵੀ ਬੇਨਤੀ ਕੀਤੀ ਹੈ,
ਕਿ ਗਨਕਾ ਪਾਪਣ ਨੂੰ ਮਹਾਂਪੁਰਸ਼ਾਂ ਨੇ ਤੋਤਾ ਦਿੱਤਾ ਸੀ, ਰਾਮ ਰਾਮ ਜਪਾਇਆ ਕਰ। ਹੁਣ ਇਹ ਕਿਹੜਾ ਸੀ ਜੀ? ਤੁਸੀਂ ਬਾਜ਼ਾਰੋਂ ਤੋਤਾ ਲੈ ਆਓ, ਪਾਰ ਉਤਾਰ ਹੋ ਜਾਏਗਾ। ਉਹ ਮਹਾਂਪੁਰਸ਼ਾਂ ਨੇ ਨਿਰਾ ਤੋਤਾ ਨਹੀਂ ਸੀ ਦਿੱਤਾ, ਉਹਦੇ ਔਗਣ ਕੱਢਣ ਲਈ ਕੋਲੋਂ ਕਮਾਈ ਦਾ ਕਿਨਕਾ ਵੀ ਦੇਤਾ ਸੀ। ਆਖੋ ਸਤਿਨਾਮ। ਨਿਰੰਕਾਰ ਸਾਡੀ ਸੇਵਾ ਕੀਤੀ, ਇਹਦੀ ਵਿਧ ਬਣਾ ਦੇ। ਆਖੋ ਸਤਿਨਾਮ। ਇਹ ਤਿੰਨ ਢੰਗ ਨੇ ਛੇਵੀਂ ਦਇਆ ਦੇ, ਜਿਹਦੇ ਤੇ ਪ੍ਰਭਾਵ ਹੈ। ਪ੍ਰਭਾਵ ਨਾਲ ਔਗਣ ਕੱਢ ਦਿਓ। ਲੇਟ ਉੱਠਦਾ, ਮੈਂ ਤੈਨੂੰ ਫੋਨ ਕਰਕੇ ਪੁੱਛਣਾ, ਬਾ ਪ੍ਰਭਾਵ ਹੈ। ਕਰਨੀ ਇੰਨੀ ਉੱਚੀ, ਓਹੋ, ਉਹ ਕਰਨੀ ਨਾਲ ਉਹਦਾ ਔਗਣ। ਆ ਤੁਸੀਂ ਇੱਕ ਨਾਂ ਸੁਣਿਆ ਹੋਏਗਾ, ਰਾਗੀ ਹੀਰਾ ਸਿੰਘ ਜੀ। ਬਾਬਾ ਜੀ ਭੋਰੇ ਚੋਂ ਆਏ ਤੇ ਰਾਗੀ ਹੀਰਾ ਸਿੰਘ ਜੀ ਨਾ ਹੱਥ ਜੋੜ ਕੇ ਕਹਿੰਦੇ, ਬਾਬਾ ਜੀ ਕੋਈ ਸਮੱਤ ਬਖਸ਼ੋ। ਬਾਬਾ ਜੀ ਚੁੱਪ। ਉਸ ਤੋਂ ਬਾਅਦ ਬਾਬਾ ਨੰਦ ਸਿੰਘ ਜੀ ਦੀਵਾਨ ਚੋਂ ਆਏ, ਫਿਰ ਰਾਗੀ ਹੀਰਾ ਸਿੰਘ ਜੀ ਕਹਿੰਦੇ, ਬਾਬਾ ਜੀ ਸਮੱਤ ਬਖਸ਼ੋ। ਬਾਬਾ ਜੀ ਚੁੱਪ। ਇਸ਼ਨਾਨ ਕਰ ਰਹੇ ਸੀ, ਕੋਲ ਖੜੇ ਰਾਗੀ ਹੀਰਾ ਸਿੰਘ, ਹੋਰ ਵੀ ਸੇਵਾਦਾਰ ਡਿਊਟੀ ਵਾਲੇ, ਤੇ ਬਾਬਾ ਜੀ ਨੇ ਜਦੋਂ ਚੋਲਾ ਪਾ ਲਿਆ, ਤੋਲੀਆ ਮਲ ਕੇ ਜੋ ਵੀ ਸਾਰੀ ਪੂਰੀ ਸਾਰੀ ਸੁਚਮਤਾ ਦਾ ਧਿਆਨ ਰੱਖ ਕੇ, ਇਹ ਹੁਣ ਗੱਲ ਚੋਂ ਗੱਲ ਆ ਜਾਂਦੀ ਹੈ। ਸੰਤ ਭਿੰਡਰਾਂ ਵਾਲੇ 3 ਤੋਲੀ ਰੱਖਦੇ ਸੀ। 3 ਤੋਲੀ ਕੇਸਾਂ ਦਾ ਤੋਲੀਆ ਅਲੱਗ ਹੁੰਦਾ ਸੀ, ਧੁੰਨੀ ਤੋਂ ਥੱਲੇ ਅਲੱਗ ਤੋਲੀਆ, ਤੇ ਐਸ ਹਿੱਸੇ ਦਾ ਅਲੱਗ ਸੁਚਮਤਾ ਕਰਕੇ। ਆਖੋ ਸਤਿਨਾਮ। ਇਹਨੂੰ ਹੋਰ ਬੰਨੇ ਨਾ ਖੜਨਾ, ਸਮਝ ਲੈਣਾ ਸੀ ਸਤਿਕਾਰ ਇੰਨਾ ਉਹਨਾਂ ਦਾ। ਕੇਸਾਂ ਉਹ 3 ਤੋਲੀ ਰੱਖੇ, ਸੁਚਮਤਾ ਕਰਕੇ। ਕਈ ਵਾਰੀ ਗੁਣ ਮਿਲ ਜਾਂਦਾ, ਪਤਾ ਨਹੀਂ ਕਿਹੜੇ ਤੇ ਕਿਹੜਾ ਹੈ, ਤਾਂ ਗੱਲ ਕਰਦੀ ਦੀ। ਬਾਬਾ ਜੀ ਇਸ਼ਨਾਨ ਕੀਤਾ, ਚੋਲਾ ਪਾਇਆ, ਤੇ ਰਾਗੀ ਹੀਰਾ ਸਿੰਘ ਫੇਰ ਕਹਿੰਦੇ, ਬਾਬਾ ਜੀ ਸਮੱਤ ਬਖਸ਼ੋ। ਬਾਬਾ ਜੀ ਕਹਿੰਦੇ, ਰਾਗੀ ਹੀਰਾ ਸਿੰਘ ਜੀ, ਅਸੀਂ ਜਦੋਂ ਹੁਣੇ ਇਸ਼ਨਾਨ ਕੀਤਾ ਸੀ ਨਾ, ਇੱਕ ਪੌਂਚਾ ਲਾਈਦਾ, ਤੇ ਫਿਰ ਦੂਜੇ ਸੁੱਕੇ ਕਛਹਿਰੇ ਦਾ ਇੱਕ ਪੌਂਚਾ ਪਾ ਲਈਦਾ, ਜਿਹੜੀ ਮਰਿਆਦਾ। ਬਾਬਾ ਜੀ ਕਹਿੰਦੇ, ਰਾਗੀ ਹੀਰਾ ਸਿੰਘ ਜੀ, ਸਾਡੇ ਨਾ ਦੋਵੇਂ ਪੌਂਚੇ ਲੱਥ ਗਏ, ਤੇ ਸਾਡੀ ਕੀ ਸਜ਼ਾ ਬਣਦੀ? ਦੇਖੋ ਜਰਾ। ਉਹ ਕਹਿੰਦਾ, ਜੀ ਇਹ ਤੇ 5 ਪਿਆਰੇ ਦੱਸ ਸਕਦੇ। ਆਖੋ ਸਤਿਨਾਮ। ਬਾਬਾ ਜੀ ਕਹਿੰਦੇ, ਅੱਛਾ। ਫਿਰ ਦੀਵਾਨ 'ਚ ਚਲੇ ਗਏ। ਜਦੋਂ ਦੀਵਾਨ 'ਚ ਗਏ, ਸਮਾਪਤੀ ਹੋਈ, ਤੇ ਬਾਬਾ ਜੀ ਖੜੇ ਹੋ ਗਏ, ਤੇ ਆਉਂ ਸਾਰੀ ਸੰਗਤ ਨੂੰ ਕਹਿੰਦੇ, ਸੰਗਤ ਜੀ, ਅੱਜ ਸਾਡੇ ਕਛਹਿਰੇ ਦੇ ਦੋਵੇਂ ਪੌਂਚੇ ਲੱਥ ਗਏ, ਇੱਕ ਲਾਈ ਦਾ, ਇੱਕ ਸੁੱਕਾ ਪਾਈ ਦਾ, ਵੀ ਦੋਵੇਂ ਲੱਥ ਗਏ। ਕੋਈ 5 ਸਿੰਘ ਉੱਠੋ ਤੇ ਸਾਡੀ ਸਜ਼ਾ ਲਾਓ। ਬਾਬਾ ਨੰਦ ਸਿੰਘ ਵੇਖੋ। ਆਖੋ ਸਤਿਨਾਮ। ਸਾਰੇ ਹੈਰਾਨ ਬਰਾਨ, ਇਹ ਸੌਖਾ ਕੰਮ ਨਹੀਂ। ਬਾਬਾ ਜੀ ਕਹਿੰਦੇ, ਹੁਣ ਅਸੀਂ ਬੋਝ ਪਾ ਕੇ ਬੈਠੇ ਰਹਾਂਗੇ, ਉੱਠੋ 5 ਸਿੰਘ ਕੋਈ। ਬਾਬਾ ਜੀ ਦੀ ਰਮਝ ਹੋ ਜਾਣਨ, ਉਹ 5 ਸਿੰਘ ਉੱਠੇ। ਬਾਬਾ ਜੀ ਕਹਿੰਦੇ, ਲਾਓ। ਉਹਨਾਂ ਨੇ ਉਹ ਹੱਥ ਜੋੜ ਕੇ ਕਿਹਾ, ਬਾਬਾ ਜੀ 5 ਵਾਰੀ ਵਾਹਿਗੁਰੂ ਕਹਿ ਦਿਓ। ਆਖੋ ਸਤਿਨਾਮ। ਜਿਨ੍ਹਾਂ ਉਹ ਸਮਾਂ ਲਿਖਿਆ, ਕਹਿੰਦੇ ਜਦੋਂ ਬਾਬਾ ਜੀ ਨੇ 5 ਵਾਰੀ ਵਾਹਿਗੁਰੂ ਕਿਹਾ, ਜਿਵੇਂ ਸਾਰਾ ਬ੍ਰਹਮੰਡ ਨਾਲ ਗੂੰਜਦਾ, ਇੱਥੋਂ ਨਾ ਰਸ। ਬਾਬਾ ਜੀ ਜਦੋਂ ਉਹ ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਹਰ ਆਏ, ਤੇ ਰਾਗੀ ਹੀਰਾ ਸਿੰਘ ਫੇਰ ਅੱਗੇ ਹੋ ਕੇ ਕਹਿੰਦੇ, ਬਾਬਾ ਜੀ ਕੋਈ ਸਮੱਤ ਬਖਸ਼ੋ। ਬਾਬਾ ਜੀ ਕਹਿੰਦੇ, ਅਜੇ ਤੱਕ ਤੈਨੂੰ ਪਤਾ ਨਹੀਂ ਲੱਗਾ? ਬਾਬਾ ਜੀ ਕਹਿੰਦੇ, ਅਜੇ ਤੱਕ ਸਮਝ ਨਹੀਂ ਲੱਗੀ, ਮੇਰਾ ਕੋਈ ਪਹੁੰਚਾ ਥੋੜੀ ਲੱਥੇ ਹੈ। ਆ ਤੈਨੂੰ ਹੀ ਸਮੱਤ ਦੇ ਰਿਹਾ ਸਾਂ ਰਾਗੀ ਹੀਰਾ ਸਿੰਘ, ਤੈਨੂੰ ਹੀ ਸਮੱਤ ਦੇਣ ਵਾਸਤੇ ਸਭ ਕੁਝ ਮੈਂ ਕੀਤਾ, ਕਿ ਜਿੱਥੇ ਮਰਜ਼ੀ ਬੰਦਾ ਪਹੁੰਚ ਜਾਵੇ, ਪਰ ਸੰਗਤ ਦਾ ਦਾਸ ਬਣ ਕੇ ਰਹੇ। ਆਖੋ ਸਤਿਨਾਮ। ਧਿਆਨ ਦੇਣਾ। ਬਾਬਾ ਜੀ ਕਹਿੰਦੇ, ਮੇਰੇ ਕੋਲ ਪਹੁੰਚਾ ਨਹੀਂ ਲੱਗਾ, ਆ ਸਾਰਾ ਕੁਝ ਮੈਂ ਤੇਰੇ ਸਮੱਤ ਵਾਸਤੇ ਹੀ ਕਰ ਰਿਹਾ ਵਾਂ। ਕਿ ਇੱਕ ਸਮੱਤ ਹੁੰਦੀ ਰਸਨਾ ਰਾਹੀਂ ਦੇਣੀ, ਇੱਕ ਹੁੰਦੀ ਕਰਨੀ। ਗੱਜ ਕੇ ਆਖੋ ਸਤਿਨਾਮ। ਬਾਬਾ ਜੀ ਕਹਿੰਦੇ,
ਸਭ ਤੋਂ ਜਲਦੀ ਹਉਮੈ ਆਣ ਦਾ ਡਰ ਏ ਰਾਗੀ ਨੂੰ, ਕੀਰਤਨੀਏ ਨੂੰ। ਆ ਤੈਨੂੰ ਹੀ ਸਮਤ ਦੇ ਰਿਹਾ ਸਾਂ, ਜਿੱਥੇ ਮਰਜੀ ਪਹੁੰਚ ਜਾਵੇ ਪਰ ਸੰਗਤ ਨੂੰ ਆਪਣੇ ਤੋਂ ਇੰਨਾ ਕੁੱਚਾ ਸਮਝੇ ਕਿ ਬਖਸ਼ਣਹਾਰ ਗੁਰੂ ਦੀ ਸੰਗਤ ਹੀ ਹੈ। ਉਸ ਵੇਲੇ ਤੁਸੀਂ ਦੱਸੋ, ਜੋ ਰਾਗੀ ਹੀਰਾ ਸਿੰਘ ਜੀ ਨੂੰ ਉਸ ਵੇਲੇ ਜੋ ਮਿਲਿਆ ਤੇ ਉਹਨੂੰ ਸੰਭਾਲਿਆ ਤੇ ਕਿੱਡਾ ਨਾਂ ਚਮਕਿਆ, ਕਿੱਡੀ ਵੱਡੀ ਉਹਨਾਂ ਦੇ ਉੱਤੇ ਬਖਸ਼ੀਸ਼ਾਂ ਸਿੱਖ ਜਗਤ ਵਿੱਚੋਂ ਹੋਈਆਂ। ਕਿਹਦੇ ਕਰਕੇ? ਇੱਕ ਮਹਾਂਪੁਰਸ਼ ਨੇ ਉਹ ਔਗਣ ਕੱਢ ਦਿੱਤਾ, ਕੁਝ ਬਣਨਾ ਨਹੀਂ, ਸੰਗਤ ਦਾ ਦਾਸ ਬਣ ਕੇ ਰਹਿਣਾ। ਕੋ ਸਤਨਾਮ। ਆ ਛੇਵੀਂ ਦਇਆ, ਕਿਸੇ ਦਾ ਔਗਣ ਕੱਢ ਕੇ ਗੁਣ ਭਰ ਦੇਣੇ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨੇ ਬਤਾਇਆ,